ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੁਕਤਸਰ ਦਾ ਮਾਘੀ ਦਾ ਮੇਲਾ 3 ਦਿਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੇਲੇ ਤੇ ਦਰਸ਼ਨ ਦਿੰਦੇ ਨੇ। ਸੈਂਕੜੇ ਨਰ ਨਾਰੀਆਂ ਜਿਹੜੇ ਨੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਭਜਨ ਪੁੱਛ ਕੇ ਤੇ ਨਾਮਧਾਰੀ ਸੱਜਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਭੈਣੀ ਸਾਹਿਬ ਆਉਂਦੇ ਨੇ। ਰੋਜ਼ਾਨਾ ਹੀ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਪਰਮੇਸ਼ਰ ਇਹ ਪ੍ਰੇਰਣਾ ਕਰਦਾ ਹੈ, ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰੂ ਮਿਲਿਆ ਰਾਮ ਰਾਜੇ, ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆ ਕੇ ਨਾਮ ਦੀ ਦਾਤ ਲੈਂਦੇ ਨੇ। ਸਰਦਾਰ ਮੰਗਲ ਸਿੰਘ ਪਾਇਲ ਦੇ ਕੋਲ ਬਿਸ਼ਨਪੁਰਾ ਪਿੰਡ ਹੈ, ਮਹਾਰਾਜੇ ਪਟਿਆਲੇ ਦਾ ਰਿਸ਼ਤੇਦਾਰ ਹੈ, ਮਹਾਰਾਜਾ ਨਰਿੰਦਰ ਸਿੰਘ ਦੇ ਭਣਵਈਏ ਦਾ ਲੜਕਾ ਹੈ। ਰਾਜਿਆਂ ਵਰਗਾ ਜੀਵਨ ਸੀ, ਰਈਸ ਸਰਦਾਰ ਏ। ਇਹਨੂੰ ਪਤਾ ਲੱਗਾ ਕਿ ਭੈਣੀ ਸਾਹਿਬ ਦੇ ਵਿੱਚ ਕੋਈ ਤਰਖਾਣ ਗੁਰੂ ਪ੍ਰਗਟ ਹੋਇਆ ਹੈ, ਪਤਾ ਕਰਨਾ ਚਾਹੀਦਾ। ਆਪਣੇ ਨੌਕਰਾਂ ਦੇ ਨਾਲ ਘੋੜੇ ਘੋੜੀਆਂ ਤੇ ਸਵਾਰ ਹੋ ਕੇ ਸਰਦਾਰ ਮੰਗਲ ਸਿੰਘ ਭੈਣੀ ਸਾਹਿਬ ਆਉਂਦਾ ਹੈ ਤੇ ਆ ਕੇ ਇੱਥੋਂ ਦਾ ਸਤਿਯੁਗੀ ਵਾਤਾਵਰਨ ਦੇਖਦਾ ਹੈ। ਚਾਰੋਂ ਪਾਸੇ ਚਿੱਟੇ ਵਸਤਰਾਂ ਦੇ ਵਿੱਚ ਉਸ ਨੂੰ ਸੰਗਤਾਂ ਦੇ ਦਰਸ਼ਨ ਹੁੰਦੇ ਨੇ। ਮਨ ਦੇ ਵਿੱਚ ਸੋਚਦਾ ਇੱਥੇ ਤੇ ਬਹੁਤ ਚੰਗਾ ਤੇ ਉੱਤਮ ਕਰਮ ਹੋ ਰਿਹਾ ਹੈ, ਸਿੱਖ ਗੁਰਬਾਣੀ ਪੜ੍ਹ ਰਹੇ ਨੇ। ਤੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਆ ਕੇ ਦੀਦਾਰ ਕਰਦਾ ਹੈ, ਚਿੱਤ ਨੂੰ ਸ਼ਾਂਤ ਆ ਜਾਂਦੀ ਹੈ, ਮਨ ਨੂੰ ਠੰਡ ਪੈਂਦੀ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਵੀ ਭਜਨ ਦਿਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਸਰਦਾਰਾ ਅੰਗਰੇਜ਼ ਦਾ ਤੂੰ ਵਫਾਦਾਰ ਹੈ, ਜੇ ਭਜਨ ਦੀ ਦਾਤ ਲੈਣੀ ਹੈ ਤੇ ਦੇਸ਼ ਦਾ ਤੇ ਕੌਮ ਦਾ ਵਫਾਦਾਰ ਹੋਣਾ ਪਏਗਾ। ਸਰਦਾਰ ਮੰਗਲ ਸਿੰਘ ਨੇ ਕੰਨਾਂ ਨੂੰ ਹੱਥ ਲਾਏ, ਸੱਚੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਮ ਦੀ ਦਾਤ ਦਿੱਤੀ। ਸਰਦਾਰ ਮੰਗਲ ਸਿੰਘ ਨੇ 2 ਸੋਨੇ ਦੇ ਕੜੇ, ਇੱਕ ਰੇਸ਼ਮੀ ਲੋਈ, ਕੁਛ ਮਾਇਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਮੱਥਾ ਟੇਕੀ। ਘਰ ਵਾਪਸ ਗਿਆ। ਇਹਦੇ ਜਿਹੜੇ ਸਾਕ ਸੰਬੰਧੀ ਸਨ ਉਹਨਾਂ ਨੇ ਬਹੁਤ ਜ਼ਿਆਦਾ ਇਹਦਾ ਵਿਰੋਧ ਕੀਤਾ ਕਿ ਇੱਕ ਤਰਖਾਣ ਨੂੰ ਆਪਣਾ ਗੁਰੂ ਬਣਾ ਬੈਠਾ ਹੈ, ਰਾਜਿਆਂ ਦੇ ਪਰਿਵਾਰ ਦੇ ਵਿੱਚੋਂ ਇਹ ਲੋਕ ਸਾਨੂੰ ਕੀ ਆਖਣਗੇ। ਇੱਥੋਂ ਤੱਕ ਇਤਿਹਾਸਕਾਰ ਭਾਈ ਸੰਤੋਖ ਸਿੰਘ ਜੀ ਬਾਹੋਵਾਲ ਲਿਖਦੇ ਨੇ, ਇਹਦੇ ਰਿਸ਼ਤੇਦਾਰਾਂ ਨੇ, ਸਾਕ ਸੰਬੰਧੀਆਂ ਨੇ, ਪਟਿਆਲੇ ਵਾਲੇ ਰਾਜੇ ਨੇ ਇਹਦਾ ਬਾਈਕਾਟ ਕਰ ਦਿੱਤਾ ਕਿ ਤੂੰ ਇੱਕ ਤਰਖਾਣ ਨੂੰ, ਕੂਕਿਆਂ ਦੇ ਗੁਰੂ ਨੂੰ ਆਪਣਾ ਗੁਰੂ ਮੰਨ ਲਿਆ। ਸਾਰੇ ਸਾਕ ਸੰਬੰਧੀ ਜਿਹੜੇ ਸਨ ਇਹਦੇ ਵਿਰੋਧ ਦੇ ਵਿੱਚ ਹੋ ਗਏ। ਸਰਦਾਰ ਮੰਗਲ ਸਿੰਘ ਭੈਣੀ ਸਾਹਿਬ ਆਉਂਦਾ ਹੈ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰਦਾ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਰੱਖਿਆ ਕਰੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਸਰਦਾਰਾ 45 ਰੁਪਏ ਖਰਚ ਤੇਰਾ ਰੋਜ਼ ਦਾ ਲਿਖਿਆ ਹੋਇਆ ਹੈ, ਤੈਨੂੰ ਕੋਈ ਮਾਰਨ ਵਾਲਾ ਨਹੀਂ, ਤੈਨੂੰ ਕੁਛ ਹੋਣ ਵਾਲਾ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਰਦਾਰ ਮੰਗਲ ਸਿੰਘ ਆਪਣੀ ਚੀਨੀ ਘੋੜੀ ਜਿਹੜੀ ਸੀ ਉਹ ਲਿਆ ਕੇ ਭੇਟ ਕਰਦਾ ਹੈ, ਜਿਹਦੇ ਕਰਕੇ ਅੱਜ ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਚੀਨੀ ਵਾਲਾ ਪਾਤਸ਼ਾਹ ਕਹਿ ਕੇ ਯਾਦ ਕਰਦੇ ਹਾਂ। ਬਹੁਤ ਸਾਰੇ ਸਿੱਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦੇ ਨੇ। ਇੱਕ ਸਿੱਖ ਕੁਸ਼ਾਲ ਸਿੰਘ ਦੀ ਵਾਰਤਾ ਇੱਥੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਇਹ ਕੁਸ਼ਾਲ ਸਿੰਘ ਜਿਹੜਾ ਸੀ ਉਜਾੜ ਦੇ ਵਿੱਚ ਤੁਰਿਆ ਜਾ ਰਿਹਾ ਸੀ। ਇਸ ਨੂੰ 3 ਮੂਰਤੀਆਂ ਦੇ ਦਰਸ਼ਨ ਹੁੰਦੇ ਨੇ। ਇੱਕ ਮੂਰਤੀ ਜਿਹੜੀ ਏ ਉਹ ਮਰਦ ਦੀ ਏ ਤੇ 2 ਮੂਰਤੀਆਂ ਜਿਹੜੀਆਂ ਨੇ ਉਹ ਜਨਾਨੇ ਭੇਸ ਦੇ ਵਿੱਚ ਨੇ। ਆ ਕੇ ਕੁਸ਼ਾਲ ਸਿੰਘ ਨੂੰ ਆਖਣ ਲੱਗੀਆਂ, ਕੁਸ਼ਾਲ ਸਿੰਘਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸਾਡੀ ਨਮਸਕਾਰ ਕਰੀ ਤੇ ਸਾਡੇ ਵੱਲੋਂ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕਰੀ ਕਿ ਉਹਨਾਂ ਦੀ ਅਮਾਨਤ ਹੈ ਸਾਡੇ ਕੋਲ ਤੇ ਉਹ ਆਪ ਸਾਂਭ ਲੈਣ। ਇਹਨਾਂ ਕਹਿ ਕੇ ਉਹ ਮੂਰਤੀਆਂ ਜਿਹੜੀਆਂ ਸਨ ਉਹ ਅਲੋਪ ਹੋ ਗਈਆਂ। ਕੁਸ਼ਾਲ ਸਿੰਘ ਭੈਣੀ ਸਾਹਿਬ ਆਉਂਦਾ ਹੈ ਤੇ ਆ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦਾ ਹੈ, ਗਰੀਬ ਨਵਾਜ ਮੈਨੂੰ 3 ਮੂਰਤੀਆਂ ਦੇ ਦਰਸ਼ਨ ਹੋਏ ਸਨ, ਬਹੁਤ ਵੱਡੀਆਂ ਮੂਰਤੀਆਂ ਸਨ, ਉਹਨਾਂ ਦੇ ਸਰੀਰ ਦੇ ਵਿੱਚ ਗੰਢਾਂ ਵੀ ਨਹੀਂ ਸਨ, ਇੱਕ ਮਰਦ ਸੀ ਤੇ 2 ਜਨਾਨੇ ਭੇਸ ਦੇ ਵਿੱਚ ਸਨ ਤੇ ਉਹਨਾਂ ਨੇ ਮੈਨੂੰ ਇਹ ਆਖਿਆ ਕਿ ਸਤਿਗੁਰੂ ਜੀ ਨੂੰ ਸਾਡੇ ਵੱਲੋਂ ਬੇਨਤੀ ਕਰੀ
ਸਾਡੇ ਵੱਲੋਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਬੇਨਤੀ ਕਰੀ ਕਿ ਸਤਿਗੁਰੂ ਜੀ ਦੀ ਅਮਾਨਤ ਸਾਡੇ ਕੋਲ ਹੈ, ਅਮਾਨਤ ਆਪਣੀ ਲੈ ਲੈਣ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਅਜੇ ਸਮਾਂ ਨਹੀਂ ਆਇਆ, ਸਮਾਂ ਆਉਣ ਤੇ ਆਪਣੀ ਅਮਾਨਤ ਜੋ ਹੈ ਉਹ ਸਾਂਭਾਂਗੇ। ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕੁਛ ਸਮਝ ਨਹੀਂ ਲੱਗੀ ਕਿ ਇਹ ਤਿੰਨ ਮੂਰਤੀਆਂ ਕਿਹੜੀਆਂ ਸਨ ਤੇ ਕਿਹੜੀ ਅਮਾਨਤ ਦੀ ਉਹ ਗੱਲ ਕਰਦੀਆਂ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਇਹ ਜਿਹੜੀਆਂ ਤਿੰਨ ਮੂਰਤੀਆਂ ਸਨ, ਇੱਕ ਸਮੁੰਦਰ ਸੀ ਤੇ ਦੋ ਨਦੀਆਂ ਸਤਲੁਜ ਤੇ ਅਟਕ ਜਿਹੜੀਆਂ ਸਨ, ਇਹ ਮੂਰਤੀ ਧਾਰ ਕੇ ਆਈਆਂ ਸਨ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਹੜਾ ਸਰਸਾ ਨਦੀ ਦੇ ਵਿੱਚ ਜਿਹੜਾ ਖਜ਼ਾਨਾ ਭੇਟ ਕੀਤਾ ਸੀ, ਉਹ ਮੇਰੀ ਅਮਾਨਤ ਇਹਨਾਂ ਦੇ ਕੋਲ ਹੈ, ਉਹ ਅਮਾਨਤ ਦੇਣ ਵਾਸਤੇ ਆਈਆਂ ਸਨ। ਸਮਾਂ ਆਉਣ ਤੇ ਉਹ ਖਜ਼ਾਨਾ ਮੈਂ ਸੰਗਤਾਂ ਨੂੰ, ਸਿੱਖਾਂ ਨੂੰ ਦੇਵਾਂਗਾ, ਅਜੇ ਉਹ ਸਾਂਭ ਕੇ ਰੱਖਣ। ਇਸ ਤਰ੍ਹਾਂ ਦੇ ਕੌਤਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਰਦੇ ਨੇ। ਪਿੰਡ ਮਦੀਹਰ, ਜ਼ਿਲ੍ਹਾ ਫਿਰੋਜ਼ਪੁਰ, ਭਾਈ ਰਾਏ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਮੈਂ ਅਰਜ਼ ਕਰਾਂ, ਇਹ ਭਾਈ ਰਾਏ ਸਿੰਘ ਪਹਿਲਾਂ ਟਕਸਾਲ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਵਿੱਚ ਵਿੱਦਿਆ ਪੜ੍ਹਦਾ ਹੈ, ਬਹੁਤ ਜ਼ਿਆਦਾ ਵਿਦਵਾਨ ਤੇ ਪੜ੍ਹਿਆ ਲਿਖਿਆ ਹੈ। ਪਰ ਜਦੋਂ ਗੁਰਬਾਣੀ ਪੜ੍ਹਦਾ ਹੈ, ਗੁਰਬਾਣੀ ਬਾਰ-ਬਾਰ ਸੱਟ ਮਾਰਦੀ ਏ ਅੰਦਰ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ, ਵੇਦ ਵਿਆਸੈ ਕੋਏ। ਜਦੋਂ ਇਸ ਤਰ੍ਹਾਂ ਦੀਆਂ ਪੰਕਤੀਆਂ ਪੜ੍ਹਦਾ ਹੈ ਮਨਾ, ਗੁਰਬਾਣੀ ਤੇ ਗੁਰੂ ਧਾਰਨ ਕਰਨ ਵਾਸਤੇ ਕਹਿ ਰਹੀ ਏ, ਤੂੰ ਗੁਰੂ ਧਾਰਨ ਕਰ। ਕਿਸੇ ਸੱਚੇ, ਕਿਸੇ ਪੂਰਨ ਗੁਰੂ ਦੀ ਭਾਲ ਦੇ ਵਿੱਚ ਸੀ। ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਲਿਖਦੇ ਨੇ ਕਿ ਇੱਕ ਦਿਨ ਫਿਰ ਭਾਈ ਰਾਏ ਸਿੰਘ ਨੂੰ ਬਾਜ਼ਾਰ ਦੇ ਵਿੱਚ ਅੰਮ੍ਰਿਤਸਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਮੂਰਤੀ ਦਾ ਦਰਸ਼ਨ ਹੁੰਦਾ। ਸਤਿਗੁਰੂ ਜੀ ਬਚਨ ਕੀਤਾ, ਲੁਧਿਆਣੇ ਦੇ ਕੋਲ ਭੈਣੀ ਸਾਹਿਬ ਆ ਕੇ ਮੈਨੂੰ ਮਿਲ। ਜਦੋਂ ਭਾਈ ਰਾਏ ਸਿੰਘ ਭੈਣੀ ਸਾਹਿਬ ਆਉਂਦਾ ਤੇ ਉਸੇ ਮੂਰਤੀ ਦਾ ਜਿਹੜਾ ਬਾਜ਼ਾਰ ਦੇ ਵਿੱਚ ਦਰਸ਼ਨ ਕੀਤਾ ਸੀ, ਉਸੇ ਮੂਰਤੀ ਦਾ ਦਰਸ਼ਨ ਭੈਣੀ ਸਾਹਿਬ ਹੁੰਦਾ। ਨਾਮ ਦੀ ਦਾਤ ਲੈ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਇਸ ਪੰਥ ਦੇ ਵਿੱਚ ਇਹ ਸ਼ਾਮਿਲ ਹੁੰਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਖਿਆ ਕਿ ਭਾਈ ਰਾਏ ਸਿੰਘ ਵਿਦਵਾਨ ਬਹੁਤ ਜ਼ਿਆਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ, ਭਾਈ ਰਾਏ ਸਿੰਘਾ ਤੂੰ ਹਜੂਰ ਸਾਹਿਬ ਜਾਣਾ ਹੈ, ਉੱਥੋਂ ਮਰਿਆਦਾ ਲਿਖ ਕੇ ਲਿਆਉਣੀ ਹੈ। ਭਾਈ ਰਾਏ ਸਿੰਘ ਹਜੂਰ ਸਾਹਿਬ ਜਾਂਦਾ ਹੈ। ਜੋ ਵੀ ਉਸ ਵੇਲੇ ਉੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੁਆਰਾ ਜੋ ਪ੍ਰਚਲਿਤ ਮਰਿਆਦਾ ਸੀ, ਉਹ ਸਾਰੀ ਭਾਈ ਰਾਏ ਸਿੰਘ ਵੇਖਦਾ ਹੈ ਕਿ ਪੁਜਾਰੀ ਸਵਾ ਪੈਰ ਰਾਤ ਰਹਿੰਦੀ ਦੇ ਨਾਲ ਸਣੇ ਕੇਸ਼ੀ ਇਸ਼ਨਾਨ ਕਰਦਾ, ਸ਼ਸਤਰਾਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ, ਫਿਰ ਸ਼ਸਤਰਾਂ ਨੂੰ ਸੁਕਾਇਆ ਜਾਂਦਾ ਹੈ ਤੇ ਅੱਧੀ ਰਾਤ ਨੂੰ ਹੀ ਸ਼ਸਤਰਾਂ ਵਾਲੇ ਮੰਦਰ ਦਾ ਉਹਦਾ ਵੀ ਇਸ਼ਨਾਨ ਕਰਵਾਇਆ ਜਾਂਦਾ। ਇਹ ਸਾਰੀ ਮਰਿਆਦਾ ਲਿਖ ਕੇ ਭਾਈ ਰਾਏ ਸਿੰਘ ਭੈਣੀ ਸਾਹਿਬ ਲਿਆ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਦਿੰਦਾ ਹੈ। ਅੱਜ ਭਾਵੇਂ ਬਹੁਤ ਸਾਰੇ ਲੋਕ ਸਾਨੂੰ ਇਹ ਗੱਲਾਂ ਕਰਦੇ ਨੇ ਕਿ ਨਾਮਧਾਰੀ ਜਿਹੜੇ ਨੇ ਸਿਰ 'ਚ ਪਾਣੀ ਪਾਉਂਦੇ ਨੇ, ਸਣੇ ਕੇਸ਼ੀ ਇਸ਼ਨਾਨ ਕਰਦੇ ਨੇ, ਇਹ ਬ੍ਰਾਹਮਣਵਾਦ ਏ, ਇਹ ਪਖੰਡ ਕਰਦੇ ਨੇ, ਇਹ ਸੋਧ ਰੱਖਦੇ ਨੇ। ਉਹ ਭਾਵੇਂ ਲੋਕ ਜੋ ਮਰਜ਼ੀ ਆਖਣ, ਪਰ ਇਹ ਸਾਰੀ ਮਰਿਆਦਾ ਜੋ ਹੈ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਰਿਆਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਰਿਆਦਾ ਨੂੰ ਹੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਚਲਿਤ ਕੀਤਾ। ਹੁਣ ਭਾਈ ਸੰਤੋਖ ਸਿੰਘ ਜੀ ਅੱਗੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਲਿਖਦੇ ਨੇ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਹਜਰੋਂ ਸਾਹਿਬ ਦੇ ਵਿੱਚ ਕਈ ਤਰ੍ਹਾਂ ਦੇ ਸਿੱਖ ਆ ਕੇ ਅਰਜ਼ਾਂ ਕਰਦੇ ਨੇ। ਇੱਕ ਮਾਈ ਆਉਂਦੀ ਏ, ਸੱਚੇ ਪਾਤਸ਼ਾਹ ਮੇਰਾ ਪੁੱਤਰ ਹੈਜੇ ਦੇ ਨਾਲ ਬਿਮਾਰ ਪਿਆ ਹੈ, ਕਿਰਪਾ ਕਰੋ ਉਹ ਬਚ ਜਾਵੇ। ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਚਨ ਕਰਦੇ ਨੇ ਕਿ ਮੇਰੇ ਕੋਲੋਂ ਕਿਸੇ ਦਾ ਦੁੱਖ ਵੇਖਿਆ ਨਹੀਂ ਜਾਂਦਾ, ਮੇਰਾ ਦਿਲ ਪੰਗਰ ਜਾਂਦਾ ਹੈ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਮਾਈ ਨੂੰ ਜਾ ਮਾਈ ਤੇਰੇ ਪੁੱਤਰ ਨੂੰ ਕੁਛ ਨਹੀਂ ਹੋਏਗਾ, ਮਾਈ ਦਾ ਪੁੱਤਰ ਜਿਹੜਾ ਹੈ ਉਹ ਬਚ ਜਾਂਦਾ ਹੈ, ਠੀਕ ਠਾਕ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਲੋਕ ਕਦੇ ਕੋਈ ਕਿਸੇ ਦਾ ਦੁੱਖ ਲੈ ਕੇ ਆਉਂਦਾ ਹੈ, ਕਦੇ ਕੋਈ ਕਿਸੇ ਤਰ੍ਹਾਂ ਦੀ ਅਰਜ਼ ਕਰਦਾ ਹੈ। ਤੇ ਇੱਕ ਦਿਨ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਚਨ ਕੀਤਾ ਕਿ ਦੁਨੀਆ ਦੇ ਲੋਕ ਜਿਹੜੇ ਨੇ ਉਹ ਕਰਾਮਾਤ ਮੰਗਦੇ ਨੇ ਤੇ ਮੈਂ ਕਰਾਮਾਤ ਦੇਣੀ ਨਹੀਂ। ਕਰਾਮਾਤ ਕਹਿ ਰਿਹਾ ਮੈਨੂੰ ਗੁਪਤ ਰਹਿਣ ਦਾ ਹੁਕਮ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਭਾਣੇ ਦੇ ਵਿੱਚ ਰਹਿਣ ਦਾ ਮੈਨੂੰ ਹੁਕਮ ਹੈ। ਪਰਮੇਸ਼ਰ ਦੇ ਭਾਣੇ ਦੇ ਵਿੱਚ ਫਰਕ ਪੈਂਦਾ ਹੈ। ਹੁਣ ਮੈਂ ਆਪਣਾ ਸਰੀਰ ਛੱਡ ਦੇਣਾ ਹੈ, ਮੈਂ ਸਰੀਰ ਛੱਡਣ ਦੀ ਤਿਆਰੀ ਕਰਨ ਲੱਗਾ ਹਾਂ।
ਭਾਵੇਂ ਕਿ ਮੇਰੀ ਉਮਰ ਅਜੇ 7 ਸਾਲ ਰਹਿੰਦੀ ਏ, ਪਰ ਮੈਂ ਹੁਣ 7 ਸਾਲ ਪਹਿਲਾਂ ਹੀ ਇਸੇ ਕਰਕੇ ਮੈਂ ਸਰੀਰ ਛੱਡ ਦੇਣਾ ਹੈ ਕਿ ਦੁਨੀਆ ਦੇ ਲੋਕ ਜਿਹੜੇ ਨੇ ਉਹ ਕਰਾਮਾਤ ਮੰਗਦੇ ਨੇ ਤੇ ਮੈਂ ਕਰਾਮਾਤ ਦੇਣੀ ਨਹੀਂ, ਮੈਂ ਗੁਪਤ ਵਿਚਰਨਾ ਹੈ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਦੀ ਤਿਆਰੀ ਕਰਦੇ ਨੇ। ਆਪਣਾ ਸਰੀਰ ਜੋ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਥੋੜ੍ਹਾ ਜਿਹਾ ਢਿੱਲਾ ਕਰ ਲਿਆ। ਸਿੱਖਾਂ ਨੇ ਹਕੀਮਾਂ ਨੂੰ ਸੱਦਿਆ, ਵੈਦ ਬੁਲਾਏ ਗਏ, ਪਰ ਕਿਸੇ ਤਰ੍ਹਾਂ ਦੀ ਕੋਈ ਦਵਾਈ ਜਿਹੜੀ ਏ ਉਹ ਕੰਮ ਨਹੀਂ ਕਰਦੀ। ਅਖੀਰਲੇ ਵੇਲੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਹੁਕਮ ਕੀਤਾ ਕਿ ਠਾਕਰਾਂ ਦੇ ਹੁਕਮ ਦੇ ਵਿੱਚ ਰਹਿਣਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਹੁਕਮ ਦੇ ਲੜ ਲਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਿਕਰਮੀ ਸੰਮਤ 1919 ਨੂੰ 77 ਸਾਲ ਤੇ 9 ਮਹੀਨੇ ਦੇ ਆਰਜਾ ਭੋਗ ਕੇ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਤੇ ਕਿਰਪਾ ਕਰਕੇ 6 ਦਸੰਬਰ 1862 ਈਸਵੀ ਨੂੰ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਸਿੱਖ ਜਿਹੜੇ ਨੇ ਵਿਰਲਾਪ ਕਰਦੇ ਨੇ, ਵਿਰਾਗ ਕਰਦੇ ਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਿੱਖਾਂ ਦੀ ਹਾਲਤ ਇਸ ਤਰ੍ਹਾਂ ਦੀ ਏ, ਇਸ ਤਰ੍ਹਾਂ ਦੀ ਉਦਾਸੀ ਛਾਈ ਹੋਈ ਏ ਜਿਸ ਤਰ੍ਹਾਂ ਕਿਸੇ ਸੱਪ ਦੀ ਮਣੀ ਗਵਾਚ ਜਾਂਦੀ ਏ। ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿਛੋੜੇ ਦੇ ਤੀਰ ਨੇ ਸਿੱਖਾਂ ਦੇ ਦਿਲਾਂ ਨੂੰ ਚੀਰ ਕੇ ਰੱਖ ਦਿੱਤਾ। ਬੜੇ ਵਿਰਾਗਮਈ ਹਾਲਤ ਦੇ ਵਿੱਚ ਸਿੱਖਾਂ ਨੇ ਬੜੀ ਮਰਿਆਦਾ ਦੇ ਨਾਲ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ। ਮੈਂ ਅਰਜ਼ ਕਰਾਂ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਉਂਦੇ ਨੇ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਵੇਲੇ ਮੁਠੱਡੀ ਪਿੰਡ ਦੇ ਵਿੱਚ ਨੇ। ਚਿੱਠੀ ਆਉਂਦੀ ਹੈ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ, ਜਿਹੜੀ ਚਿੱਠੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਆਪਣਾ ਸਰੀਰ, ਆਪਣੀ ਦੇਹ ਦਾ ਓਲਾ ਕਰਨ ਤੋਂ ਪਹਿਲਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਲਿਖੀ ਸੀ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਠਾਕੁਰੋ ਅਸੀਂ ਤੇ ਹੁਣ ਸਰੀਰ ਛੱਡਣ ਦੀ ਤਿਆਰੀ ਕੀਤੀ ਹੈ, ਤੁਸੀਂ ਹੁਣ ਸਿੱਖੀ ਸਾਂਭੋ, ਤੁਸੀਂ ਤਰਖਾਣ ਹੋ, ਐਸੀ ਚੂਨੇ ਇੱਟ ਲਾਉਣੀ ਕਿ ਜਿਹੜੀ ਉਖੜੇ ਹੀ ਨਾ। ਹੁਣ ਕੁੰਜੀਆਂ ਤੁਹਾਡੇ ਕੋਲ ਨੇ, ਨਾਮ ਦਾ ਗੱਫਾ ਤੁਹਾਡੇ ਕੋਲ ਏ, ਤੁਸੀਂ ਵਰਤਾਓ। ਅਸੀਂ ਤੇ ਸਹਿਜਧਾਰੀ ਸਿੱਖੀ ਕੀਤੀ ਹੈ, ਤੁਸੀਂ ਕੇਸਾਧਾਰੀ ਖਾਲਸਾ ਜਿਹੜਾ ਹੈ ਉਹਨੂੰ ਵਧਾਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਰੀਤੀ ਨੂੰ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿੱਖੀ ਨੂੰ ਵਧਾਉਣਾ ਕਰੋ। ਅਸੀਂ ਤੇ ਹੁਣ ਜਾਣ ਦੀ ਤਿਆਰੀ ਕੀਤੀ ਹੈ। ਇਹ ਚਿੱਠੀ ਪੜ੍ਹ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਨੇਤਰ ਜਿਹੜੇ ਸਨ ਉਹ ਸੱਜਲ ਹੋ ਗਏ। ਸਿੱਖਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੀ ਗੱਲ ਹੋਈ, ਤੁਹਾਡੇ ਨੇਤਰਾਂ ਦੇ ਵਿੱਚ ਜਲ ਆ ਗਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਸਤਿਗੁਰੂ ਬਾਲਕ ਸਿੰਘ ਜੀ ਜੋਤੀ ਜੋਤ ਸਮਾ ਗਏ ਨੇ। ਸਿੱਖ ਵੀ ਜਿਹੜੇ ਨੇ ਉਹ ਵੀ ਵਿਰਾਗ ਕਰਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੁਠੱਡੀ ਤੋਂ ਭੈਣੀ ਸਾਹਿਬ ਆਉਂਦੇ ਨੇ ਤੇ ਭੈਣੀ ਸਾਹਿਬ ਤੋਂ ਸਿੱਖਾਂ ਦੇ ਨਾਲ ਫਿਰ ਹਜਰੋਂ ਸਾਹਿਬ ਨੂੰ ਜਾਣ ਦੀ ਤਿਆਰੀ ਕਰਦੇ ਨੇ। ਜਦੋਂ ਹਜਰੋਂ ਸਾਹਿਬ ਦੇ ਲਾਗੇ ਵਜ਼ੀਰਾਬਾਦ ਪੱਤਣ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪਹੁੰਚਦੇ ਨੇ ਤੇ ਉਧਰੋਂ ਹਜਰੋਂ ਦੀ ਸੰਗਤ ਜਿਹੜੀ ਸੀ ਉਹ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਭਸਮ ਆਦਿਕ ਜੋ ਸੀ ਉਹ ਅਟਕ ਦੇ ਵਿੱਚ ਪ੍ਰਵਾਹਿਤ ਕਰਕੇ ਤੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਫੁੱਲ ਸੰਨਾ ਉਹ ਇੱਕ ਸਿੱਖ ਨੇ ਕਿਸੇ ਬਰਤਨ ਦੇ ਵਿੱਚ ਪਾ ਕੇ ਚੌਂਕੀ ਦੇ ਉੱਪਰ ਰੱਖ ਕੇ ਤੇ ਸਤਿਕਾਰ ਵਜੋਂ ਉਹ ਸਿਰ ਤੇ ਚੁੱਕੇ ਹੋਏ ਸਨ। ਇੱਥੋਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਜੋ ਗਿੱਲੀ ਪਿੰਡ ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲਿਆਂ ਨੇ ਉੱਥੇ ਮੇਲਾ ਰੱਖਿਆ ਹੋਇਆ ਸੀ, ਪਾਠਾਂ ਦੇ ਭੋਗ ਪੈਣੇ ਸਨ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਦੇ ਨਾਲ ਗਿੱਲੀ ਪਹੁੰਚਦੇ ਨੇ। ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਫੁੱਲਾਂ ਨੂੰ ਨਮਸਕਾਰ ਕਰਦੇ ਨੇ, ਮੱਥਾ ਟੇਕਦੇ ਨੇ। ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲੇ 7 ਗਊਆਂ ਜਿਹੜੀਆਂ ਸਨ ਬਿਹੰਗਮ ਸਾਧੂਆਂ ਨੂੰ ਦਾਨ ਕੀਤੀਆਂ ਤੇ 7 ਪਾਠਾਂ ਦੇ ਭੋਗ ਜਿਹੜੇ ਸਨ ਗ੍ਰੰਥ ਸਾਹਿਬ ਦੇ ਉਹ ਪਾਏ ਗਏ। ਮੈਂ ਇੱਥੇ ਇਹ ਵੀ ਅਰਜ਼ ਕਰਦਿਆਂ ਕਿ ਬਾਬਾ ਜਮੀਤ ਸਿੰਘ ਗਿੱਲਾਂ ਵਾਲੇ ਉਹ ਸਨ ਜਿਹੜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ 2.5 ਸਿੱਖ ਜਿਹੜੇ ਸਤਿਗੁਰੂ ਜੀ ਨੂੰ ਲੱਭੇ ਸਨ, ਉਹਦੇ ਵਿੱਚੋਂ ਜਿਹੜਾ ਅੱਧਾ ਸਿੱਖ ਸੀ ਨਾ ਉਹ ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲੇ ਸਨ, ਕਿਉਂਕਿ ਵਿਆਜ ਲੈਂਦੇ ਸਨ। ਇੱਕ ਹੋਰ ਗੱਲ ਸਾਹਮਣੇ ਆਉਂਦੀ ਹੈ। ਇੱਕ ਦਿਨ ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲੇ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਜਾ ਕੇ ਬੇਨਤੀ ਕਰਦੇ ਨੇ, ਗਰੀਬ ਨਵਾਜ਼ ਤੁਸੀਂ ਤੇ ਹੁਕਮ ਕੀਤਾ ਹੈ ਕਿ ਮੈਂ ਆਪਣੀ ਅਮਾਨਤ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਸੌਂਪ ਦਿੱਤੀ ਹੈ, ਪਰ ਮੇਰੀ ਉਹਨਾਂ ਦੇ ਉੱਤੇ ਪ੍ਰਤੀਤ ਨਹੀਂ ਵੱਜਦੀ, ਮੇਰਾ ਉਹਨਾਂ ਦੇ ਉੱਤੇ ਭਰੋਸਾ ਨਹੀਂ ਵੱਜਦਾ, ਮੈਂ ਤੇ ਉਹਨਾਂ ਨੂੰ ਗੁਰ ਭਾਈ ਕਰਕੇ ਹੀ ਜਾਣਾਂਗਾ। ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਕੋਲੋਂ ਭਜਨ ਲਿਆ ਸੀ
ਤੇ ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲਿਆਂ ਨੇ ਵੀ ਉਹਨਾਂ ਦੇ ਕੋਲੋਂ ਭਜਨ ਲਿਆ ਸੀ। ਉਹ ਸਤਿਗੁਰੂ ਜੀ ਨੂੰ ਗੁਰੂ ਕਰਕੇ ਨਹੀਂ ਸਨ ਜਾਣਦੇ, ਉਹ ਸਤਿਗੁਰੂ ਜੀ ਨੂੰ ਗੁਰ ਭਾਈ ਕਰਕੇ ਜਾਣਦੇ ਸਨ। ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਬਾਬਾ ਜਮੀਤ ਸਿੰਘ ਗਿੱਲਾਂ ਵਾਲਿਆਂ ਨੂੰ ਸਮਝਾਇਆ ਵੀ ਕਿ ਜਿੰਨੀ ਦੇਰ ਤੱਕ ਤੂੰ ਠਾਕਰਾਂ ਨੂੰ ਗੁਰੂ ਰੂਪ ਕਰਕੇ ਨਹੀਂ ਨਾ ਜਾਣਦਾ, ਉਨੀ ਦੇਰ ਤੱਕ ਤੇਰਾ ਭਲਾ ਨਹੀਂ ਹੋਵੇਗਾ, ਉਨੀ ਦੇਰ ਤੱਕ ਤੇਰੇ ਪਾਪ ਨਹੀਂ ਕੱਟੇ ਜਾਣਗੇ। ਤੂੰ ਠਾਕਰਾਂ ਨੂੰ ਗੁਰੂ ਰੂਪ ਕਰਕੇ ਜਾਣ, ਤੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ। ਪਰ ਬਾਬਾ ਜਮੀਤ ਸਿੰਘ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰਾ ਅਜੇ ਮਨ ਨਹੀਂ ਮੰਨਦਾ। ਅਸੀਂ ਇੱਕੋ ਫੌਜ ਦੇ ਵਿੱਚ ਨੌਕਰ ਸਾਂ, ਉਹਨਾਂ ਦਾ ਬੋਲਾ ਵੀ ਪੂਰਾ ਹੁੰਦਾ ਸੀ ਤੇ ਮੇਰਾ ਬੋਲਾ ਵੀ ਪੂਰਾ ਹੁੰਦਾ ਸੀ। ਅਸੀਂ ਗੁਰ ਭਾਈ ਹਾਂ, ਪਰ ਤੀਤ ਨਹੀਂ ਰੱਖੀ, ਗੁਰ ਭਾਈ ਕਰਕੇ ਜਾਣਦੇ ਸਨ। ਹੁਣ ਅੱਜ ਜਦੋਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਦੇ ਵਿੱਚ ਇੱਥੇ ਗਿੱਲੀ ਵਿੱਚ ਮੇਲਾ ਹੈ, ਪਾਠਾਂ ਦੇ ਭੋਗ ਪਏ ਨੇ, ਤੇ ਬਾਬਾ ਜਮੀਤ ਸਿੰਘ ਗਿੱਲਾਂ ਵਾਲਿਆਂ ਦੇ ਮਨ ਦੇ ਵਿੱਚ ਮਨਸਾ ਇਹ ਸੀ ਕਿ ਜੋ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਫੁੱਲ ਨੇ ਨਾ, ਇਹਨਾਂ ਦੇ ਵਿੱਚੋਂ 2 ਫੁੱਲ ਮੈਂ ਰੱਖ ਕੇ ਇੱਕ ਸਤਿਗੁਰਾਂ ਦਾ ਦੇਹੁਰਾ ਬਣਾ ਦਿਆਂ ਤੇ ਉਹਦੇ ਉੱਤੇ ਮੈਂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂ। ਇਹ ਇਹਨਾਂ ਦੀ ਮਨਸਾ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨਾਂ ਦੀ ਮਨਸਾ ਜਿਹੜੀ ਸੀ ਉਹ ਭਾਪ ਲਈ ਅੰਤਰਯਾਮੀ ਸਤਿਗੁਰੂ ਜੀ। ਜਦੋਂ ਰਾਤ ਹੋਈ ਬਰਾਜਣ ਲੱਗੇ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਬਾ ਜਮੀਤ ਸਿੰਘ ਗਿੱਲਾਂ ਵਾਲਿਆਂ ਨੂੰ ਬਚਨ ਕੀਤਾ, ਬਾਬਾ ਜੀ ਵੇਖਿਆ ਜੇ ਸਤਿਗੁਰੂ ਜੀ ਦੇ ਫੁੱਲ ਨਹੀਂ ਤੁਸੀਂ ਚੁੱਕਣੇ, ਇਹ ਗੰਗਾ ਦੇ ਵਿੱਚ ਪ੍ਰਵਾਹਿਤ ਕਰਨੇ ਨੇ। ਪਰ ਹੋਇਆ ਕਿ ਜਦੋਂ ਰਾਤ ਹੋਈ ਤੇ ਬਾਬਾ ਜਮੀਤ ਸਿੰਘ ਜੀ ਗਿੱਲਾਂ ਵਾਲਿਆਂ ਨੇ 2 ਫੁੱਲ ਜਿਹੜੇ ਸਨ ਉਹ ਚੋਰੀ ਚੁੱਕ ਲਏ। ਦਿਨ ਚੜ੍ਹਿਆ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰਯਾਮੀ ਸਤਿਗੁਰੂ ਰਾਮ ਸਿੰਘ ਜੀ ਬਚਨ ਕੀਤਾ, ਬਾਬਾ ਜੀ ਜਿਹੜੇ ਰਾਤ ਤੁਸੀਂ 2 ਫੁੱਲ ਚੁੱਕੇ ਨੇ ਨਾ, ਉਹ ਸਾਨੂੰ ਵਾਪਸ ਕਰ ਦਿਓ। ਕਿਉਂਕਿ ਸਾਡੀ ਗੁਰਬਾਣੀ, ਸਾਡੇ ਗੁਰੂ ਸਾਹਿਬਾਨਾਂ ਨੇ ਕਿਸੇ ਵੀ ਦੇਹੁਰੇ ਨੂੰ, ਕਿਸੇ ਮੜੀ, ਕਿਸੇ ਗੋਰਮੱਠ ਨੂੰ ਪੂਜਨ ਤੋਂ ਮਨਾ ਕੀਤਾ ਹੈ। ਗੁਰਬਾਣੀ ਮਨਾ ਕਰਦੀ ਹੈ ਕਿਸੇ ਨਿਰਜੀਵ ਦੀ ਪੂਜਾ ਕਰਨ ਤੋਂ। ਗੁਰੂ ਜੀ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਨਿਰਜੀਵ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਓਏ ਜਮੀਤ ਸਿਆਂ, ਓਏ ਦੇਹੁਰਿਆਂ ਦੇ ਉੱਤੇ ਤੇ ਕੁੱਤੇ ਮੂਤਦੇ ਫਿਰਦੇ ਨੇ, ਤੂੰ ਦੇਹੁਰਿਆਂ ਦੀ ਪੂਜਾ ਕਰਨ ਵਾਸਤੇ ਤੁਰਿਆ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤਾੜਨਾ ਕੀਤੀ ਕਿ ਫੁੱਲ ਵਾਪਸ ਕਰ ਦੇ। ਪਹਿਲਾਂ ਮੁੱਕਰ ਗਿਆ ਬਾਬਾ ਜਮੀਤ ਸਿੰਘ ਕਿ ਮੈਂ ਚੁੱਕੇ ਨਹੀਂ, ਤੇ ਬਾਅਦ ਦੇ ਵਿੱਚ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੰਤਰਯਾਮਤਾ ਵਿਖਾਈ ਕਿ ਬਾਬਾ ਤੇਰੇ ਅੰਦਰ ਇਹ ਮਨਸਾ ਸੀ, ਤੂੰ ਇਹ ਮਨ ਦੇ ਵਿੱਚ ਗੱਲ ਧਾਰੀ ਹੋਈ ਸੀ ਕਿ ਮੈਂ 2 ਫੁੱਲ ਚੁੱਕਾਂਗਾ, ਦੇਹੁਰਾ ਬਣਾਵਾਂਗਾ ਤੇ ਉੱਤੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗਾ। ਇਹ ਜਦੋਂ ਬਚਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੀਤਾ ਤੇ ਬਾਬਾ ਜਮੀਤ ਸਿੰਘ ਭਾਂਪ ਲਿਆ ਕਿ ਅੰਤਰਯਾਮੀ ਨੇ। ਢਹਿ ਕੇ ਬਾਬਾ ਜਮੀਤ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਡਿੱਗਦਾ ਹੈ ਤੇ ਆਪਣੀ ਭੁੱਲ ਬਖਸ਼ਾਉਂਦਾ ਹੈ ਤੇ ਉੱਚੀ ਆਵਾਜ਼ ਦੇ ਵਿੱਚ ਮੱਖਣ ਸ਼ਾਹ ਲੁਬਾਣੇ ਵਾਂਗੂ ਪੱਲੂ ਫੜ ਕੇ ਇਹ ਹੋਕਾ ਦਿੰਦਾ, ਭੁੱਲੀਏ ਸੰਗਤੇ ਗੁਰੂ ਲੱਭ ਗਿਆ ਜੇ, ਭੁੱਲੀਏ ਸੰਗਤੇ ਗੁਰੂ ਲੱਭ ਗਿਆ ਜੇ। ਉਹ ਜਿਸ ਕਲਕੀ ਅਵਤਾਰ ਦਾ ਵੇਦਾਂ ਤੇ ਪੁਰਾਣਾਂ ਦੇ ਵਿੱਚ ਵਰਣਨ ਕੀਤਾ ਹੈ ਹੋਇਆ ਹੈ, ਇਹ ਉਹੀ 12ਵਾਂ ਅਵਤਾਰ, ਉਹੀ ਕਲਕੀ ਅਵਤਾਰ ਪ੍ਰਗਟ ਹੋਇਆ ਹੈ, 12ਵਾਂ ਜਾਮਾ ਪ੍ਰਗਟ ਹੋਇਆ ਹੈ। ਜਿਹੜੀ ਦਵੈਤ ਬੁੱਧ ਸੀ ਉਹਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਸ਼ ਕਰ ਦਿੱਤਾ। ਮੈਂ ਇਹ ਵੀ ਅਰਜ਼ ਕਰਦਿਆਂ ਕਿ ਬਾਬਾ ਜਮੀਤ ਸਿੰਘ ਗਿੱਲਾਂ ਵਾਲਿਆਂ ਨੇ ਅਜੇ ਤੱਕ 5 ਕਕਾਰ ਜਿਹੜੇ ਸਨ ਉਹ ਵੀ ਧਾਰਨ ਨਹੀਂ ਸੀ ਕੀਤੇ। ਅੱਜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਗੁਰੂ ਰੂਪ ਵਿੱਚ ਮੰਨ ਕੇ ਅੱਜ ਕਛਹਿਰੇ ਧਾਰਨ ਕੀਤੇ ਨੇ ਤੇ ਹੋਕਾ ਦਿੱਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਬਚਨ ਕੀਤਾ ਕਿ ਅੱਜ ਵੱਡਾ ਸਿਰ ਕੋਪ ਮਾਰਿਆ। ਸਿੱਖਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਮਝ ਨਹੀਂ ਆਈ ਕਿ ਵੱਡਾ ਸਿਰ ਕੋਪ ਕੀ ਹੋਇਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਬਾਬਾ ਜਮੀਤ ਸਿੰਘ ਮੈਨੂੰ ਅਜੇ ਤੱਕ ਗੁਰ ਭਾਈ ਹੀ ਜਾਣਦਾ ਸੀ, ਅੱਜ ਗੁਰੂ ਮੰਨਿਆ ਇਹਨੇ ਮੈਨੂੰ, ਇਹ ਵੱਡਾ ਸਿਰ ਕੋਪ ਮਾਰਿਆ ਅੱਜ ਮੈਂ। ਹਜ਼ਰੋਂ ਦੀ ਸੰਗਤ ਵੱਲੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਦਸਤਾਰ ਭੇਟਾ ਕੀਤੀ ਜਾਂਦੀ ਹੈ ਕਿ ਬੇਨਤੀ ਕੀਤੀ ਗਈ, ਸੱਚੇ ਪਾਤਸ਼ਾਹ ਹੁਣ ਸਤਿਗੁਰੂ ਜੀ ਸਰੀਰ ਕਰਕੇ ਨਹੀਂ ਰਹੇ, ਹੁਣ ਉਹਨਾਂ ਦੀ ਥਾਂ ਤੇ ਆਪ ਜੀ ਹੋ, ਇਹ ਦਸਤਾਰ ਆਪ ਜੀ ਨੂੰ ਭੇਟ ਕੀਤੀ ਜਾਂਦੀ ਹੈ। ਸੋ ਇਹ ਪ੍ਰਸੰਗ ਸਤਿਗੁਰੂ ਬਾਲਕ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦਾ ਸੀ। ਅਗਲੀ ਕਥਾ ਜਿਵੇਂ ਸਤਿਗੁਰੂ ਜੀ ਦੀ ਰਜਾ ਹੋਏਗੀ ਉਵੇਂ ਵਰਤੇਗੀ। ਸਭ ਇੱਕ ਵਾਰ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ।